ਸਤਿ ਸ਼੍ਰੀ ਅਕਾਲ ਦੋਸਤੋ, मैं ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ 'ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ 9th ਕਲਾਸ ਦਾ ਚੈਪਟਰ 1 ਇਕਨੋਮਿਕਸ ਦਾ ਡਿਸਕਸ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਇੱਕ ਪਿੰਡ ਦੀ ਕਹਾਣੀ, ਜਿਸ ਦਾ ਪਾਰਟ 1 ਅਸੀਂ ਕੱਲ ਪਿਛਲੀ ਵੀਡੀਓ ਵਿੱਚ ਡਿਸਕਸ ਕਰ ਚੁੱਕੇ ਹਾਂ। ਅੱਜ ਅਸੀਂ ਪਾਰਟ 2 ਡਿਸਕਸ ਕਰਨ ਜਾ ਰਹੇ ਹਾਂ। ਤਾਂ ਫਰੈਂਡਸ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਤਾਂ ਪਿਛਲੀ ਵੀਡੀਓ ਵਿੱਚ ਅਸੀਂ ਡਿਸਕਸ ਕਰ ਚੁੱਕੇ ਸੀ ਉਤਪਾਦਨ ਦਾ ਫਸਟ ਪਾਰਟ ਇਜ਼ ਜਿਹੜਾ ਭੂਮੀ। ਅੱਜ ਅਸੀਂ ਡਿਸਕਸ ਕਰਾਂਗੇ ਕਿਰਤ, ਪੂੰਜੀ ਅਤੇ ਉਦਮੀ। ਤੋ ਚਲਦੇ ਹੈ ਮੇਨ ਪਾਰਟ ਦੇ। ਅੱਜ ਅਸੀਂ ਡਿਸਕਸ ਕਰਨਾ ਜੀ ਕਿਰਤ, ਜਿਹਨੂੰ ਅਸੀਂ ਲੇਬਰ ਕਹਿੰਦੇ ਹਾਂ। ਤੋ ਇਸ ਦਾ ਫਸਟ ਪਾਰਟ ਜਿਹੜਾ ਸੀ ਭੂਮੀ, ਉਹ ਡਿਸਕਸ ਪਿਛਲੀ ਵੀਡੀਓ 'ਚ ਕਰ ਚੁੱਕੇ ਹਾਂ। ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲੇਗਾ, ਉਹ ਵੀਡੀਓ ਦੇਖ ਸਕਦੇ ਨੇ ਤਾਂ ਕਿ ਚੈਪਟਰ ਤੁਹਾਨੂੰ ਅੱਛੀ ਤਰ੍ਹਾਂ ਦੇ ਨਾਲ ਸਮਝ ਆ ਜਾਏ। ਹੁਣ ਅਸੀਂ ਸ਼ੁਰੂ ਕਰਦੇ ਹਾਂ ਜੀ ਸੈਕੰਡ ਪਾਰਟ ਇਸ ਦਾ ਕਿਰਤ। ਹੁਣ ਅਸੀਂ ਕਿਰਤ, ਜੋ ਕਿ ਉਤਪਾਦਨ ਦਾ ਇੱਕ ਕਿਰਿਆਸ਼ੀਲ ਕਾਰਕ ਹੈ, ਬਾਰੇ ਚਰਚਾ ਕਰਾਂਗੇ। ਆਮ ਤੌਰ 'ਤੇ ਕਿਰਤ ਦਾ ਅਰਥ ਹੈ ਕਿਸੇ ਵੀ ਤਰ੍ਹਾਂ ਦੇ ਸਰੀਰਿਕ ਅਤੇ ਮਾਨਸਿਕ ਕੰਮ ਤੋਂ ਹੈ ਜੋ ਕਿ ਕਿਸੇ ਉਦੇਸ਼ ਵਾਸਤੇ ਕੀਤਾ ਜਾਂਦਾ ਹੈ। ਪਰ ਅਰਥ ਸ਼ਾਸਤਰ ਵਿੱਚ ਕਿਰਤ ਦਾ ਅਰਥ ਮਨੁੱਖ ਦੇ ਸਾਰੇ ਉਪਰਾਲਿਆਂ ਯਾਨੀ ਕਿ ਸਰੀਰਿਕ ਅਤੇ ਮਾਨਸਿਕ ਤੋਂ ਹੈ, ਜੋ ਕਿ ਧਨ ਪ੍ਰਾਪਤੀ ਲਈ ਕੀਤੇ ਜਾਂਦੇ ਹਨ। ਜੇਕਰ ਕੋਈ ਵਿਦਿਆਰਥੀ ਆਪਣੀ ਖੁਸ਼ੀ ਲਈ ਕੋਈ ਖੇਡ ਖੇਡਦਾ ਹੈ ਜਾਂ ਮਾਂ ਸਨੇਹ ਨਾਲ ਆਪਣੇ ਬੱਚੇ ਦੀ ਦੇਖਭਾਲ ਕਰਦੀ ਹੈ ਤਾਂ ਇਹ ਕਿਰਿਆ ਕਿਰਤ ਨਹੀਂ ਮੰਨੀ ਜਾਵੇਗੀ, ਕਿਉਂਕਿ ਉਹਨਾਂ ਨੇ ਇਹ ਕੰਮ ਪੈਸੇ ਕਮਾਉਣ ਦੇ ਉਦੇਸ਼ ਲਈ ਨਹੀਂ ਕੀਤਾ। ਪਰ ਜਦੋਂ ਕ੍ਰਿਕਟ ਦਾ ਕੋਚ ਜਾਂ ਫੁੱਟਬਾਲ ਦਾ ਕੋਚ ਖਿਡਾਰੀਆਂ ਨੂੰ ਖੇਡਾਂ ਸਿਖਾਉਣ ਜਾਂ ਇੱਕ ਨਰਸ ਹਸਪਤਾਲ ਵਿੱਚ ਬੱਚੇ ਦੀ ਦੇਖਭਾਲ ਕਰਦੀ ਹੈ ਤਾਂ ਇਹ ਕਿਰਿਆਵਾਂ ਕਿਰਤ ਕਹਾਉਂਦੀਆਂ ਹਨ, ਕਿਉਂਕਿ ਇਹ ਆਰਥਿਕ ਵਿੱਤੀ ਮਿਹਨਤਾਨਾ ਪ੍ਰਾਪਤ ਕਰਨ ਲਈ ਕੀਤੀਆਂ ਗਈਆਂ ਹਨ। ਕਿਰਤ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ। ਪਹਿਲੀ ਹੈ, ਇਹ ਕਿਰਿਆਸ਼ੀਲ ਸਾਧਨ ਹੈ। ਸੈਕੰਡ ਪੁਆਇੰਟ ਹੈ, ਕਿਰਤ ਦੀ ਪੂਰਤੀ ਨੂੰ ਵਧਾਇਆ ਅਤੇ ਘਟਾਇਆ ਜਾ ਸਕਦਾ ਹੈ। ਭਾਰਤ ਵਿੱਚ ਕਿਰਤੀਆਂ ਦੀ ਜਨਸੰਖਿਆ ਵੱਧ ਹੈ। ਕਿਰਤ ਨੂੰ ਵੇਚਿਆ ਅਤੇ ਖਰੀਦਿਆ ਜਾਂਦਾ ਹੈ। ਕਿਰਤ ਗਤੀਸ਼ੀਲ ਹੈ। ਨੈਕਸਟ ਪੁਆਇੰਟ ਹੈ ਸਾਡੇ ਕੋਲ ਜੀ, ਖੇਤੀ ਲਈ ਕਿਰਤ ਕੌਣ ਦੇਵੇਗਾ। ਇਸ ਪਿੰਡ ਦੇ ਕੁਝ ਪਰਿਵਾਰ ਛੋਟੇ ਕਿਸਾਨਾਂ ਦੇ ਹਨ, ਜਿਹੜੇ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਨ। ਇਸ ਤਰ੍ਹਾਂ ਉਹ ਖੇਤੀ ਵਾਸਤੇ ਜ਼ਰੂਰੀ ਕਿਸ਼ਤ, ਕਿਰਤ ਅਤੇ ਵਿਵਸਥਾ ਆਪ ਹੀ ਕਰਦੇ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਜੋ ਭੂਮੀਹੀਨ ਪਰਿਵਾਰ ਹਨ, ਉਹ ਆਪਣੀ ਜੀਵਿਕਾ ਕਮਾਉਣ ਵਾਸਤੇ ਵੱਡੇ ਕਿਸਾਨਾਂ ਦੇ ਖੇਤਾਂ ਵਿੱਚ ਕਿਰਤੀ ਵਜੋਂ ਕੰਮ ਕਰਦੇ ਹਨ। ਕੁਝ ਛੋਟੇ ਕਿਸਾਨ ਜਿਹੜੇ ਵੱਡੇ ਸ਼ਾਹੂਕਾਰਾਂ ਤੋਂ ਲਏ ਗਏ ਕਰਜ਼ਿਆਂ ਨੂੰ ਵਾਪਸ ਕਰਨ ਤੋਂ ਅਸਮਰਥ ਹੁੰਦੇ ਹਨ, ਉਹਨਾਂ ਨੂੰ ਕਰਜ਼ ਦੀ ਰਕਮ ਚੁਕਾਉਣ ਬਦਲੇ ਆਪਣੀ ਭੂਮੀ ਸ਼ਾਹੂਕਾਰਾਂ ਨੂੰ ਦੇਣੀ ਪੈਂਦੀ ਹੈ, ਜਿਸ ਨਾਲ ਇਹ ਕਿਸਾਨ ਭੂਮੀਹੀਨ ਬਣ ਜਾਂਦੇ ਹਨ। ਫਿਰ ਇਹਨਾਂ ਦੇ ਪਰਿਵਾਰਾਂ ਨੂੰ ਦੂਜਿਆਂ ਦੇ ਖੇਤਾਂ ਵਿੱਚ ਕਿਰਤੀ ਵਜੋਂ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦਰਮਿਆਨੇ ਅਤੇ ਵੱਡੇ ਪੱਧਰ ਦੇ ਕਿਸਾਨ ਆਪਣੇ ਖੇਤਾਂ ਕੰਮ ਕਰਨ ਲਈ ਦੂਸਰੇ ਮਜ਼ਦੂਰਾਂ ਨੂੰ ਲਗਾਉਂਦੇ ਹਨ। ਕੁਝ ਖੇਤੀ ਮਜ਼ਦੂਰ ਇੱਥੇ ਬਿਹਾਰ ਅਤੇ ਉੱਤਰ ਪ੍ਰਦੇਸ਼ ਆਦਿ ਰਾਜਾਂ ਤੋਂ ਆਉਂਦੇ ਹਨ। ਅਜਿਹੇ ਮਜ਼ਦੂਰਾਂ ਨੂੰ ਪ੍ਰਵਾਸੀ ਮਜ਼ਦੂਰ ਕਿਹਾ ਜਾਂਦਾ ਹੈ। ਉਹਨਾਂ ਨੂੰ ਮਜ਼ਦੂਰੀ ਵੱਡੇ ਕਿਸਾਨਾਂ ਵੱਲੋਂ ਦਿੱਤੀ ਜਾਂਦੀ ਹੈ, ਜਿਨ੍ਹਾਂ ਵਾਸਤੇ ਉਹ ਕੰਮ ਕਰਦੇ ਹਨ। ਮਜ਼ਦੂਰੀ ਨਗਦ ਜਾਂ ਵਸਤੂ ਜਿਵੇਂ ਕਣਕ ਆਦਿ ਦੇ ਰੂਪ ਵਿੱਚ ਹੋ ਸਕਦੀ ਹੈ। ਮਜ਼ਦੂਰੀ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਫਸਲਾਂ ਲਈ ਅਤੇ ਖੇਤ ਵਿੱਚ ਕੀਤੀਆਂ ਵੱਖ-ਵੱਖ ਕਿਰਿਆਵਾਂ ਲਈ ਅਲੱਗ ਹੁੰਦੀ ਹੈ। ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਜਾਂ ਤਾਂ ਰੋਜ਼ਾਨਾ ਮਜ਼ਦੂਰੀ ਦੇ ਆਧਾਰ 'ਤੇ ਕੰਮ ਕਰਦੇ ਹਨ ਜਾਂ ਉਹਨਾਂ ਨੂੰ ਵਿਸ਼ੇਸ਼ ਕੰਮ ਜਿਵੇਂ ਕਟਾਈ, ਬਿਜਾਈ ਆਦਿ ਵਾਸਤੇ ਜਾਂ ਫਿਰ ਪੂਰੇ ਸਾਲ ਲਈ ਕੰਮ 'ਤੇ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਕਿਰਤ ਉਤਪਾਦਨ ਦਾ ਇੱਕ
ਬਹੁਤ ਮਹੱਤਵਪੂਰਨ ਸਾਧਨ ਹੈ। ਇੱਕ ਰਾਸ਼ਟਰ ਜਿਸ ਕੋਲ ਉਪਜਾਊ ਭੂਮੀ ਦੇ ਭੰਡਾਰ ਹਨ ਪਰੰਤੂ ਕਿਰਤ ਸ਼ਕਤੀ ਨਹੀਂ ਹੈ, ਉਹ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਪ੍ਰਾਪਤ ਨਹੀਂ ਕਰ ਸਕਦਾ। ਬਹੁਤ ਇੰਪੋਰਟੈਂਟ ਪੁਆਇੰਟ ਹੈ। ਖੇਤੀ ਉਦਯੋਗ, ਖਾਨ ਖੁਦਾਈ, ਆਵਾਜਾਈ ਪ੍ਰਣਾਲੀ, ਵਪਾਰ ਗਤੀਵਿਧੀਆਂ ਆਦਿ ਵਿੱਚ ਉਚਿਤ ਕੰਮ ਲਈ ਯੋਗ ਤੇ ਕੁਸ਼ਲ ਮਜ਼ਦੂਰਾਂ ਦੀ ਲੋੜ ਹੁੰਦੀ ਹੈ। ਹੁਣ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਮੇਨ ਪੁਆਇੰਟ ਹੈ ਜੀ ਪੂੰਜੀ, ਜਿਸ ਨੂੰ ਅਸੀਂ ਕੈਪੀਟਲ ਕਹਿੰਦੇ ਹਾਂ। ਪੂੰਜੀ ਤੋਂ ਭਾਵ ਵਿਅਕਤੀ ਵੱਲੋਂ ਬਣਾਈਆਂ ਗਈਆਂ ਉਹ ਵਸਤੂਆਂ ਹਨ ਜਿਹੜੀਆਂ ਹੋਰ ਵਸਤੂਆਂ ਦੇ ਉਤਪਾਦਨ ਵਿੱਚ ਪ੍ਰਯੋਗ ਹੁੰਦੀਆਂ ਹਨ। ਇਹ ਉਤਪਾਦਨ ਦਾ ਉਤਪਾਦਿਤ ਸਾਧਨ ਹੈ ਕਿਉਂਕਿ ਇਹ ਦੂਜੀਆਂ ਵਸਤੂਆਂ ਦੇ ਉਤਪਾਦਨ ਵਿੱਚ ਆਗਾਤਾਂ ਦੀ ਤਰ੍ਹਾਂ ਪ੍ਰਯੋਗ ਹੁੰਦੀਆਂ। ਜੇਕਰ ਇਮਾਰਤ ਦਾ ਪ੍ਰਯੋਗ ਨਿੱਜੀ ਘਰ ਵਾਸਤੇ ਕੀਤਾ ਜਾਵੇ ਤਾਂ ਉਹ ਪੂੰਜੀ ਨਹੀਂ ਹੋਵੇਗਾ। ਇਹ ਧਿਆਨ ਰੱਖਣਾ ਇਸ ਗੱਲ ਨੂੰ ਜੀ। ਜੇਕਰ ਇਸ ਨੂੰ ਉਤਪਾਦਨ ਦੇ ਉਦੇਸ਼ ਨਾਲ ਵਰਤਿਆ ਜਾਵੇ ਤਾਂ ਉਹ ਪੂੰਜੀ ਹੋਵੇਗੀ। ਜਿਵੇਂ ਜਦੋਂ ਕਿਸੇ ਫੈਕਟਰੀ ਦੀ ਇਮਾਰਤ ਵਸਤੂਆਂ ਦੇ ਉਤਪਾਦਨ ਲਈ ਵਰਤੀ ਜਾਂਦੀ ਹੈ, ਉਹ ਪੂੰਜੀ ਹੈ। ਬੈਂਕਾਂ ਵਿੱਚ ਰੱਖੀ ਗਈ ਮੁਦਰਾ ਪੂੰਜੀ ਹੈ ਕਿਉਂਕਿ ਬੈਂਕ ਉਤਪਾਦਕ ਨੂੰ ਮੁਦਰਾ ਉਧਾਰ ਦਿੰਦਾ ਹੈ ਜਿਹੜਾ ਕਿ ਇਸ ਦਾ ਪ੍ਰਯੋਗ ਪੂੰਜੀ ਦੀ ਤਰ੍ਹਾਂ ਕਰਦਾ ਹੈ। ਹਾਲਾਂਕਿ ਪੈਸੇ ਜਮ੍ਹਾਂ ਕਰਵਾਉਣ ਵਾਲੇ ਨੂੰ ਵਿਆਜ ਮਿਲਦਾ ਹੈ। ਇੱਕ ਦੁਕਾਨ ਵਿੱਚ ਰਿਸੈਪਸ਼ਨ ਕਾਊਂਟਰ 'ਤੇ ਪਿਆ ਟੈਲੀਵਿਜ਼ਨ ਸੈੱਟ ਪੂੰਜੀ ਹੈ, ਪਰੰਤੂ ਜੇਕਰ ਟੀਵੀ ਰਿਹਾਇਸ਼ੀ ਘਰ ਵਿੱਚ ਹੈ ਤਾਂ ਉਹ ਪੂੰਜੀ ਨਹੀਂ ਹੈ। ਪੂੰਜੀ ਦੀਆਂ ਵਿਸ਼ੇਸ਼ਤਾਵਾਂ। ਪਹਿਲਾ, ਮਨੁੱਖ ਕਿਰਤ ਦਾ ਸਾਧਨ ਹੈ। ਇਹਦੀਆਂ ਵਿਸ਼ੇਸ਼ਤਾ ਹੈਗੀ ਹੈ ਇਹ ਉਤਪਾਦਨ ਦਾ ਗੌਣ ਸਾਧਨ ਹੈ, ਇਸ ਦੇ ਨਾਲ ਉਤਪਾਦਨ ਕੀਤਾ ਜਾਂਦਾ ਹੈ। ਪੂੰਜੀ ਹਸਤਾਂਤਰਿਤ ਹੁੰਦੀ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਚਲ ਜਾਂਦੀ ਹੈ ਪੂੰਜੀ। ਔਰ ਚੌਥਾ ਪੁਆਇੰਟ ਹੈ ਪੂੰਜੀ ਦੀ ਘਿਸਾਈ ਹੁੰਦੀ ਹੈ। ਖੇਤੀ ਲਈ ਪੂੰਜੀ ਦੀ ਲੋੜ। ਖੇਤੀ ਵਾਸਤੇ ਆਧੁਨਿਕ ਤਰੀਕੇ ਅਪਣਾਉਣ ਲਈ ਜ਼ਿਆਦਾ ਧਨ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ ਖੇਤੀ ਲਈ ਬੀਜ, ਰਸਾਇਣਿਕ ਖਾਦਾਂ, ਕੀਟਨਾਸ਼ਕ ਦਵਾਈਆਂ, ਖੇਤੀ ਲਈ ਆਧੁਨਿਕ ਉਪਕਰਨ ਆਦਿ ਖਰੀਦਣ ਵਾਸਤੇ ਹੁਣ ਇਹ ਸਵਾਲ ਉੱਠਦਾ ਹੈ ਕਿ ਖੇਤੀ ਲਈ ਜ਼ਰੂਰੀ ਪੂੰਜੀ ਕੌਣ ਪ੍ਰਦਾਨ ਕਰੇਗਾ। ਛੋਟੇ ਪੱਧਰ ਦੇ ਕਿਸਾਨਾਂ ਦੇ ਮੁਕਾਬਲੇ ਵੱਡੇ ਅਤੇ ਦਰਮਿਆਨੇ ਪੱਧਰ ਦੇ ਕਿਸਾਨ ਜ਼ਿਆਦਾ ਆਮਦਨ ਕਮਾਉਂਦੇ ਹਨ। ਇਸ ਤਰ੍ਹਾਂ ਇਹ ਕਿਸਾਨ ਖੇਤੀ ਵਿੱਚ ਜ਼ਰੂਰੀ ਪੂੰਜੀ ਦਾ ਪ੍ਰਬੰਧ ਖੇਤੀ ਦੀ ਆਮਦਨ ਵਿੱਚੋਂ ਆਪਣੇ ਵੱਲੋਂ ਕੀਤੀ ਗਈ ਬਚਤ ਰਾਹੀਂ ਕਰਦੇ ਹਨ। ਛੋਟੇ ਪੱਧਰ ਦੇ ਕਿਸਾਨਾਂ ਨੂੰ ਵੱਡੇ ਪੱਧਰ ਦੇ ਕਿਸਾਨਾਂ ਤੋਂ, ਪਿੰਡਾਂ ਦੇ ਸਾਹੂਕਾਰ ਜਾਂ ਵਪਾਰੀਆਂ ਤੋਂ ਵਿਆਜ ਦੀ ਉੱਚੀ ਦਰ 'ਤੇ ਕਰਜ਼ਾ ਲੈਣਾ ਪੈਂਦਾ ਹੈ। ਕਈ ਵਾਰ ਉਹਨਾਂ ਨੂੰ ਇਹ ਕਰਜ਼ਾ ਚੁਕਾਉਣ ਲਈ ਆਪਣਾ ਘਰ ਜਾਂ ਭੂਮੀ ਗਹਿਣੇ ਰੱਖਣੀ ਪੈਂਦੀ ਹੈ। ਸਰਕਾਰ ਨੇ ਕਰਜ਼ਾ ਲੈਣ ਲਈ ਵਿਸ਼ੇਸ਼ ਸੰਸਥਾ ਜਿਵੇਂ ਕਿ ਪ੍ਰਾਦੇਸ਼ਿਕ ਪੇਂਡੂ ਸਹਿਕਾਰੀ ਸਮਿਤੀ, ਭੂਮੀ ਵਿਕਾਸ ਬੈਂਕ, ਕੌਮੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ, ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਜਿਹਨੂੰ ਅਸੀਂ ਨਾਬਾਰਡ ਕਹਿੰਦੇ ਹਾਂ, ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਨਾਬਾਰਡ, ਤੁਹਾਨੂੰ ਯਾਦ ਰੱਖਣਾ। ਕਈ ਵਾਰੀ ਇਸ ਦੀ ਪੇਪਰ 'ਚ ਫੁੱਲ ਫਾਰਮ ਵੀ ਪੁੱਛੀ ਜਾਂਦੀ ਹੈ। ਨਾਬਾਰਡ ਖੋਲ੍ਹੇ ਹਨ ਜਿਨ੍ਹਾਂ ਤੋਂ ਕਿਸਾਨ ਆਪਣੀ ਪੂੰਜੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਰਜ਼ਾ ਲੈ ਸਕਦੇ ਹਨ। ਉਸ ਤੋਂ ਬਾਅਦ ਇਸ ਦਾ ਨੈਕਸਟ ਪੁਆਇੰਟ ਆ ਗਿਆ ਸਾਡੇ ਕੋਲ ਜੀ ਉਦਮੀ, ਜਿਹਨੂੰ ਇੰਟਰਪ੍ਰੇਨਿਓਰ ਕਿਹਾ ਜਾਂਦਾ ਹੈ। ਉਦਮੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਆਰਥਿਕ ਨਿਰਣੇ ਲੈਂਦਾ ਹੈ। ਵੈਰੀ ਇੰਪੋਰਟੈਂਟ ਪੁਆਇੰਟ। ਉਦਮੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਆਰਥਿਕ ਨਿਰਣੇ ਲੈਂਦਾ ਹੈ ਅਤੇ ਜੋਖਿਮ ਉਠਾਉਂਦਾ ਹੈ। ਕਿਹੜੀ ਵਸਤੂ ਦਾ ਅਤੇ ਉਸ ਵਸਤੂ ਦੀ ਕਿੰਨੀ ਮਾਤਰਾ ਦਾ ਉਤਪਾਦਨ ਕੀਤਾ ਜਾਣਾ ਹੈ, ਇਸ ਦਾ ਨਿਰਣੇ ਉਦਮੀ ਲੈਂਦਾ ਹੈ। ਉਦਮੀ ਦੀਆਂ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਉਹ ਲਾਭ ਦੇ ਉਦੇਸ਼ ਨਾਲ ਕੰਮ ਕਰਦਾ ਹੈ। ਦੂਸਰਾ ਪੁਆਇੰਟ ਹੈ ਉਹ ਜੋਖਿਮ ਉਠਾਉਂਦਾ ਹੈ। ਜੋ ਵੀ ਰਿਸਕ ਹੈ ਉਹ ਸਭ ਉਠਾਉਂਦਾ ਹੈ, ਚਾਹੇ ਉਹਨੂੰ ਨੁਕਸਾਨ ਹੋਏਗਾ ਚਾਹੇ ਉਹਨੂੰ ਫਾਇਦਾ ਹੋਏਗਾ, ਇਸ ਦਾ ਰਿਸਕ ਇੱਕ ਉਦਮੀ ਇੰਟਰਪ੍ਰੇਨਿਓਰ ਹੀ ਉਠਾਉਂਦਾ ਹੈ। ਤੀਸਰਾ ਪੁਆਇੰਟ ਹੈ ਉਹ ਉਤਪਾਦਨ ਦੇ ਬਾਕੀ ਸਾਧਨਾਂ ਜਿਵੇਂ ਕਿ ਭੂਮੀ, ਕਿਰਤ, ਪੂੰਜੀ ਵਿੱਚ ਤਾਲਮੇਲ ਕਰਕੇ ਉਤਪਾਦਨ ਕਰਦਾ ਹੈ। ਪਿੰਡ ਵਿੱਚ ਖੇਤੀ ਉਤਪਾਦਨ ਕਿਰਿਆ ਲਈ ਕਿਸਾਨ ਇੱਕ ਉਦਮੀ ਦੀ ਭੂਮਿਕਾ ਨਿਭਾਉਂਦਾ ਹੈ।
ਉਸ ਤੋਂ ਨੈਕਸਟ ਪੁਆਇੰਟ ਹੈ ਸਾਡੇ ਕੋਲ ਜੀ ਖੇਤੀ ਉਤਪਾਦਾਂ ਦਾ ਮੰਡੀਕਰਨ। ਪਿੰਡ ਦੇ ਸਾਰੇ ਕਿਸਾਨ ਉਤਪਾਦਨ ਦੇ ਪਹਿਲੇ 3 ਕਾਰਕ ਦਾ ਪ੍ਰਯੋਗ ਨਾਲ ਭੂਮੀ ਉੱਤੇ ਫਸਲਾਂ ਪੈਦਾ ਕਰਦੇ ਹਨ। ਦਰਮਿਆਨੇ ਅਤੇ ਵੱਡੇ ਪੱਧਰ 'ਤੇ ਕਿਸਾਨ ਆਪਣੇ ਪਰਿਵਾਰ ਦੇ ਉਪਭੋਗ ਵਾਸਤੇ ਕੁਝ ਫਸਲ ਰੱਖ ਕੇ ਬਚੀ ਹੋਈ ਫਸਲ ਨੂੰ ਨੇੜੇ ਦੀ ਮੰਡੀ ਵਿੱਚ ਵੇਚ ਦਿੰਦੇ ਹਨ। ਛੋਟੇ ਪੱਧਰ ਦੇ ਕਿਸਾਨ ਆਪਣੀ ਫਸਲ ਨੂੰ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਦੇ ਨਾਲ ਰੱਖਦੇ ਹਨ। ਇਸ ਤਰ੍ਹਾਂ ਇਹ ਮੱਧ ਵਰਗ ਅਤੇ ਵੱਡੇ ਪੱਧਰ ਦੇ ਕਿਸਾਨ ਹਨ ਜੋ ਬਾਜ਼ਾਰ ਵਿੱਚ ਫਸਲ ਦੀ ਪੂਰਤੀ ਕਰਦੇ ਹਨ। ਵੱਡੇ ਪੱਧਰ ਦੇ ਕਿਸਾਨ ਆਪਣੀ ਫਸਲ ਨੂੰ ਵੇਚ ਕੇ ਚੰਗੀ ਕਮਾਈ ਕਰਦਾ ਹੈ ਅਤੇ ਉਸ ਕਮਾਈ ਵਿੱਚੋਂ ਉਹ ਆਪਣੀ ਬਚਤ ਦਾ ਇੱਕ ਹਿੱਸਾ ਛੋਟੇ ਕਿਸਾਨਾਂ ਜਿਨ੍ਹਾਂ ਨੂੰ ਕਰਜ਼ੇ ਦੀ ਲੋੜ ਹੁੰਦੀ ਹੈ ਨੂੰ ਕਰਜ਼ੇ ਦੇਣ ਲਈ ਇਸਤੇਮਾਲ ਕਰਦਾ ਹੈ। ਉਹ ਆਪਣੀ ਬਚਤ ਦੇ ਕੁਝ ਹਿੱਸੇ ਦਾ ਉਪਯੋਗ ਅਗਲੇ ਬਿਜਾਈ ਲਈ ਲੋੜੀਂਦੀ ਕਾਰਜਸ਼ੀਲ ਪੂੰਜੀ ਜਿਵੇਂ ਕਿ ਮਸ਼ੀਨਾਂ ਬੀਜ ਖਰੀਦਣ ਵਿੱਚ ਲਗਾਉਂਦਾ ਹੈ, ਜਿਸ ਨਾਲ ਉਸ ਦੀ ਸਥਿਰ ਪੂੰਜੀ ਵਿੱਚ ਵਾਧਾ ਹੁੰਦਾ ਹੈ। ਨੈਕਸਟ ਪੁਆਇੰਟ ਹੈ ਸਾਡੇ ਕੋਲ ਜੀ ਖੇਤੀ ਲਈ ਸਹਾਇਕ ਤੇ ਗੈਰ ਖੇਤੀ ਕਿਰਿਆਵਾਂ। ਕਹਾਣੀ ਵਿਚਲੇ ਪਿੰਡ ਦੇ ਬੇਜ਼ਮੀਨੇ ਪਰਿਵਾਰ ਆਪਣੇ ਆਪ ਨੂੰ ਖੇਤੀ ਤੋਂ ਇਲਾਵਾ ਹੋਰ ਕਿਰਿਆਵਾਂ ਨਾਲ ਜੋੜ ਕੇ ਆਪਣੀ ਜੀਵਿਕਾ ਕਮਾਉਂਦੇ ਹਨ। ਜਿਵੇਂ ਡੇਅਰੀ ਇੱਕ ਖੇਤੀ ਸਹਾਇਕ ਕਿਰਿਆ ਹੈ ਜਿਸ ਵਿੱਚ ਇਕੱਠਾ ਕੀਤਾ ਗਿਆ ਦੁੱਧ ਆਪਣੇ ਪਿੰਡ ਦੇ ਨੇੜਲੇ ਸ਼ਹਿਰਾਂ ਖੇਤਰਾਂ ਵਿੱਚ ਨੇੜਲੇ ਪਿੰਡਾਂ ਦੇ ਦੁੱਧ ਸ਼ੀਤਲ ਕੇਂਦਰ ਵਿੱਚ ਵੇਚਿਆ ਜਾਂਦਾ ਹੈ, ਜਿੱਥੋਂ ਦੂਰ ਦਰਾਂਡੇ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਦੁੱਧ ਨੂੰ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਦੇ ਕੁਝ ਪਰਿਵਾਰ ਮੁਰਗੀ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਕਰਦੇ ਹਨ। ਕੁਝ ਪਰਿਵਾਰ ਤਰਖਾਨਾਂ ਲੁਹਾਰ ਜੁਲਾਹੇ ਆਦਿ ਦਾ ਕੰਮ ਕਰਦੇ ਹਨ ਅਤੇ ਕੁਝ ਆਪਣੇ ਘਰਾਂ ਵਿੱਚ ਹੀ ਛੋਟੀਆਂ ਦੁਕਾਨਾਂ ਚਲਾਉਂਦੇ ਹਨ। ਪਿੰਡ ਵਿੱਚ ਇੱਕ ਦਵਾਈਆਂ ਦੀ ਦੁਕਾਨ ਹੈ। ਕੁਝ ਪਰਿਵਾਰ ਸ਼ੱਕਰ ਅਤੇ ਗੁੜ ਬਣਾਉਂਦੇ ਹਨ ਅਤੇ ਵਪਾਰੀਆਂ ਨੂੰ ਵੇਚ ਦਿੰਦੇ ਹਨ। ਕੁਝ ਪਰਿਵਾਰ ਰਿਕਸ਼ਿਆਂ ਟਾਂਗਿਆਂ ਬੈਲ ਗੱਡੀਆਂ ਆਦਿ ਰਾਹੀਂ ਲੋਕਾਂ ਅਤੇ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਛੱਡ ਕੇ ਆਪਣੀ ਜੀਵਿਕਾ ਕਮਾਉਂਦੇ ਹਨ। ਵਰਤਮਾਨ ਸਮੇਂ ਵਿੱਚ ਪਿੰਡ ਦੀ ਗੈਰ ਖੇਤੀ ਖੇਤਰ ਬਹੁਤਾ ਵੱਡਾ ਨਹੀਂ ਹੈ। ਭਾਰਤ ਦੇ ਪਿੰਡਾਂ ਵਿੱਚ ਹਰ 100 ਮਜ਼ਦੂਰਾਂ ਵਿੱਚੋਂ 24 ਮਜ਼ਦੂਰ ਹੀ ਗੈਰ ਖੇਤੀ ਕਿਰਿਆਵਾਂ ਵਿੱਚ ਭਾਗ ਲੈਂਦੇ ਹਨ। ਗੈਰ ਖੇਤੀ ਕਿਰਿਆਵਾਂ ਵਿੱਚ ਭੂਮੀ ਦੀ ਘੱਟ ਜ਼ਰੂਰਤ ਹੁੰਦੀ ਹੈ। ਲੋਕ ਬਚਤ ਨਾਲ ਜਾਂ ਕਰਜ਼ੇ ਲੈ ਕੇ ਗੈਰ ਖੇਤੀ ਕਿਰਿਆਵਾਂ ਕਰਦੇ ਹਨ। ਚੰਗੀਆਂ ਸੜਕਾਂ ਆਵਾਜਾਈ ਦੇ ਦੂਰ ਸੰਚਾਰ ਦੇ ਸ਼ਹਿਰਾਂ ਨਾਲ ਜੁੜੇ ਹੋਣ ਕਾਰਨ ਆਉਣ ਵਾਲੇ ਸਮੇਂ ਵਿੱਚ ਆਪਣੇ ਪਿੰਡਾਂ ਵਿੱਚ ਗੈਰ ਖੇਤੀ ਕਿਰਿਆਵਾਂ ਦੇ ਅਵਸਰਾਂ ਵਿੱਚ ਵਾਧਾ ਹੋਣਾ ਸੰਭਵ ਹੈ। ਇਸ ਤਰ੍ਹਾਂ ਅਸੀਂ ਪੜ੍ਹਿਆ ਹੈ ਕਿ ਕਿਵੇਂ ਉਤਪਾਦਨ ਦੇ 4 ਕਾਰਕ ਹਨ ਭੂਮੀ ਕਿਰਤ ਪੂੰਜੀ ਅਤੇ ਉਦਮੀ ਦੀ ਸਹਾਇਤਾ ਦੇ ਨਾਲ ਖੇਤੀ ਕੀਤੀ ਜਾਂਦੀ ਹੈ। ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਉਤਪਾਦਨ ਦਾ ਕਿਹੜਾ ਕਾਰਕ ਜ਼ਿਆਦਾ ਜ਼ਰੂਰੀ ਹੈ। ਸਾਰੇ ਸਾਧਨ ਜ਼ਰੂਰੀ ਹਨ, ਭਾਵੇਂ ਵੱਖ-ਵੱਖ ਹਾਲਤਾਂ ਵਿੱਚ ਉਹਨਾਂ ਦੀ ਮਹੱਤਤਾ ਪੱਧਰ ਵੱਖ ਹੈ। ਹੁਣ ਉਸ ਤੋਂ ਬਾਅਦ ਇਸ ਦੇ ਸੰਖੇਪ ਸਮਰੀ ਹੈ ਜੀ, ਸਾਰ ਹੈ, ਇਹਨੂੰ ਅਸੀਂ ਡਿਸਕਸ ਕਰਾਂਗੇ ਪੁਆਇੰਟ। ਤਾਂ ਉਸ ਤੋਂ ਬਾਅਦ ਅਸੀਂ ਇਸ ਦੇ ਕੁਐਸਚਨ ਆਨਸਰ ਜਿਹੜੇ ਹੈ ਉਹ ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਪੁਆਇੰਟ ਹੈ ਅਰਥ ਸ਼ਾਸਤਰ ਮਨੁੱਖ ਦੀਆਂ ਅਸੀਮਿਤ ਲੋੜਾਂ ਅਤੇ ਇਹਨਾਂ ਲੋੜਾਂ ਨੂੰ ਸੀਮਿਤ ਸਾਧਨਾਂ ਰਾਹੀਂ ਸੰਤੁਸ਼ਟ ਕਰਨ ਲਈ ਕੀਤੀਆਂ ਗਈਆਂ ਕਿਰਿਆਵਾਂ ਦਾ ਅਧਿਐਨ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਉਤਪਾਦਨ ਆਰਥਿਕ ਕਿਰਿਆ ਦੀ ਉਹ ਕਿਸਮ ਹੈ ਜਿਸ ਰਾਹੀਂ ਵੱਖ-ਵੱਖ ਵਸਤੂਆਂ ਤੇ ਸੇਵਾਵਾਂ ਦੇ ਮੁੱਲ ਅਤੇ ਉਪਯੋਗਿਤਾ ਤੁਸ਼ਟੀ ਗੁਣ ਵਿੱਚ ਵਾਧਾ ਕੀਤਾ ਜਾਂਦਾ ਹੈ, ਜਿਹੜੀਆਂ ਕਿ ਦੇਸ਼ ਦੇ ਲੋਕਾਂ ਦੁਆਰਾ ਉਪਭੋਗ ਕੀਤੀਆਂ ਜਾਂਦੀਆਂ ਹਨ। ਨੈਕਸਟ ਪੁਆਇੰਟ ਹੈ ਉਤਪਾਦਨ ਦੇ 4 ਸਾਧਨ ਅਸੀਂ ਡਿਸਕਸ ਕਰ ਚੁੱਕੇ ਹਾਂ ਭੂਮੀ ਕਿਰਤ ਪੂੰਜੀ ਅਤੇ ਉਦਮੀ।
भूमि कुदरत दा मुफ्त तोहफा है, इस दी पूर्ति स्थिर है। आर्थिक लाभ ਲਈ ਕੀਤੀਆਂ ਗਈਆਂ ਮਨੁੱਖੀ ਕਿਰਿਆਵਾਂ ਕਿਰਤ ਅਖਵਾਉਂਦੀਆਂ ਹਨ। ਉਤਪਾਦਨ ਦਾ ਸਾਧਨ ਕਿਰਤ ਵੱਧ ਮਾਤਰਾ ਵਿੱਚ ਮਿਲਦਾ ਹੈ, ਪਰ ਖੇਤੀ ਵਿੱਚ ਕਿਰਤ ਦਾ ਪ੍ਰਯੋਗ ਸੀਮਿਤ ਹੈ। ਨੈਕਸਟ ਹੈ ਪੂੰਜੀ ਉਤਪਾਦਨ ਦਾ ਉਤਪਾਦਿਤ ਸਾਧਨ ਹੈ, ਜਿਵੇਂ ਕਿ ਇਹ ਦੂਸਰੀਆਂ ਵਸਤੂਆਂ ਦੇ ਉਤਪਾਦਨ ਲਈ ਆਗਤ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਵੱਡੇ ਤੇ ਮੱਧ ਪੱਧਰ ਦੇ ਕਿਸਾਨ ਛੋਟੇ ਪੱਧਰ ਦੇ ਕਿਸਾਨਾਂ ਦੀ ਤੁਲਨਾ ਵਿੱਚ ਜ਼ਿਆਦਾ ਪੂੰਜੀ ਕਮਾਉਂਦੇ ਹਨ। ਖੇਤੀ ਦੇ ਆਧੁਨਿਕ ਤਰੀਕਿਆਂ ਲਈ ਕਾਫੀ ਪੂੰਜੀ ਦੀ ਜ਼ਰੂਰਤ ਹੁੰਦੀ ਹੈ। ਪਿੰਡਾਂ ਵਿੱਚ ਖੇਤੀ ਮੁੱਖ ਉਤਪਾਦਨ ਕਿਰਿਆ ਹੈ। ਖੇਤੀ ਦੇ ਆਧੁਨਿਕ ਢੰਗਾਂ ਨੇ ਕਿਸਾਨਾਂ ਨੂੰ ਇੱਕ ਜ਼ਮੀਨ ਦੇ ਟੁਕੜੇ ਵਿੱਚ ਜ਼ਿਆਦਾ ਫਸਲਾਂ ਦੇ ਉਤਪਾਦਨ ਕਰਨ ਦੇ ਯੋਗ ਬਣਾਇਆ ਹੈ। ਇਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਦਾ ਨੁਕਸਾਨ ਹੋਇਆ ਹੈ ਅਤੇ ਧਰਤੀ ਦੇ ਹੇਠਲੇ ਪਾਣੀ ਦਾ ਪੱਧਰ ਵੀ ਘਟਿਆ ਹੈ। ਗੈਰ ਖੇਤੀ ਕਿਰਿਆਵਾਂ ਵਿੱਚ ਭੂਮੀ ਦੀ ਘੱਟ ਜ਼ਰੂਰਤ ਹੁੰਦੀ ਹੈ। ਲੋਕ ਪੂੰਜੀ ਦੀ ਥੋੜ੍ਹੀ ਮਾਤਰਾ ਨਾਲ ਗੈਰ ਖੇਤੀ ਕਿਰਿਆਵਾਂ ਸ਼ੁਰੂ ਕਰ ਸਕਦੇ ਹਨ। ਗੈਰ ਖੇਤੀ ਕਿਰਿਆਵਾਂ ਦੇ ਵਾਧੇ ਲਈ ਬਾਜ਼ਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿੱਥੇ ਉਤਪਾਦਿਤ ਵਸਤੂਆਂ ਅਤੇ ਸੇਵਾਵਾਂ ਨੂੰ ਵੇਚਿਆ ਜਾ ਸਕਦਾ ਹੈ। ਪਹਿਲਾ ਪਾਰਟ ਹੈ ਸਾਡੇ ਕੋਲ ਖਾਲੀ ਸਥਾਨ ਭਰੋ। ਤੋ ਫਸਟ ਕੁਐਸਚਨ ਹੈ ਸਾਡੇ ਕੋਲ ਮਨੁੱਖ ਦੀਆਂ ਲੋੜਾਂ ਡੈਸ਼ ਹਨ। ਤੋ ਉਮੀਦ ਹੈ ਕਿ ਤੁਹਾਨੂੰ ਪਤਾ ਹੈਗਾ ਕੁਐਸਚਨ। ਮਨੁੱਖ ਦੀਆਂ ਲੋੜਾਂ ਅਸੀਮਿਤ ਹਨ। ਸੈਕੰਡ ਕੁਐਸਚਨ, ਸੈਕੰਡ ਪਾਰਟ ਇਜ਼ ਦਾ ਡੈਸ਼ जोखिम उठाता है। इसका आंसर है जी उद्यमी। इसका आंसर है जी उद्यमी जोखिम उठाता है। नैक्सट पार्ट है थर्ड पार्ट डैश उत्पादन का कुदरती साधन है। गैस कर सकते हो कुदरती साधन केड़ा जी? भूमि। भूमि उत्पादन का कुदरती साधन है। नैक्सट क्वेश्चन है एक साल विच भूमि के एक टुकड़े उत्ते एक तो ज़्यादा फसलां पैदा करन नूं डैश कहते हैं। की कहा जाता है जी? बहु फसली प्रणाली। बहु फसली प्रणाली। फिफ्थ पार्ट है इसका पंजाब नूं देश की डैश वजों जाना जाता है। तो इसका आंसर आएगा पंजाब नूं देश की अनाज टोकरी वजों जानिया जाता है। सिक्स्थ पार्ट है इसका कुछ मजदूर ਜਿਹੜੇ ਕੰਮ ਕਰਨ ਲਈ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਰਦੇ ਹਨ ਉਹਨਾਂ ਨੂੰ ਡੈਸ਼ ਕਹਿੰਦੇ ਹਨ। ਉਹਨਾਂ ਨੂੰ ਕਹਿੰਦੇ ਆ ਜੀ ਅਸੀਂ ਪ੍ਰਵਾਸੀ ਮਜ਼ਦੂਰ। ਪ੍ਰਵਾਸੀ ਮਜ਼ਦੂਰ। ਨੈਕਸਟ ਕੁਐਸਚਨ ਹੈ ਸੈਕੰਡ ਪਾਰਟ ਹੈ ਇਸਦਾ ਜੀ ਬਹੁ ਵਿਕਲਪਿਕ ਚੋਣ ਪ੍ਰਸ਼ਨ। ਤੋਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ? ਭੂਮੀ, ਕਿਰਤ, ਪੂੰਜੀ ਤੇ ਉਦਮੀ। ਅਚਲ ਹੁੰਦਾ ਇਮੂਵੇਬਲ। ਠੀਕ ਹੈ ਜੀ। ਤਾਂ ਉਹ ਕਿਹੜਾ ਸਾਧਨ ਹੈ ਸਾਡੇ ਕੋਲ? ਭੂਮੀ। ਭੂਮੀ ਜਿਹੜੀ ਹੈ ਇੱਕ ਜਗ੍ਹਾ ਫਿਕਸ ਰਹਿੰਦੀ ਹੈ, ਇਸ ਕਾਰਨ ਇਸਦਾ ਆਨਸਰ ਹੈ ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ ਜਿਹਨੂੰ ਅਸੀਂ ਕਹਿੰਦੇ ਇਮੂਵੇਬਲ। ਠੀਕ ਹੈ ਜੀ। ਤਾਂ ਇਸਦਾ ਰਾਈਟ ਆਨਸਰ ਹੈ ਭੂਮੀ। ਸੈਕੰਡ ਪ੍ਰਸ਼ਨ ਹੈ ਸਾਡੇ ਕੋਲ ਆਰਥਿਕ ਕਿਰਿਆ ਜਿਹੜੀ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਦਾ ਉਪਯੋਗਿਤਾ ਦੇ ਵਾਧੇ ਨਾਲ ਜੁੜੀ ਹੈ ਡੈਸ਼ ਅਖਵਾਉਂਦੀਆਂ ਹਨ। ਆਪਸ਼ਨ ਹੈ ਸਾਡੇ ਕੋਲ ਉਤਪਾਦਨ, ਉਪਯੋਗਿਤਾ, ਵੰਡ, ਕਿਰਤ। ਇਸ ਦਾ ਰਾਈਟ ਆਨਸਰ ਹੈ ਜੀ ਉਤਪਾਦਨ। ਆਰਥਿਕ ਕਿਰਿਆ ਜਿਹੜੀ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਜਾਂ ਉਪਯੋਗਿਤਾ ਦੇ ਵਾਧੇ ਨਾਲ ਜੁੜੀ ਹੋਈ ਹੈ ਉਤਪਾਦਿਕਤਾ ਅਖਵਾਉਂਦੀ ਹੈ। ਪਾਰਟ ਥਰਡ ਹੈ ਖੇਤੀ ਵਿੱਚ ਵਿਸ਼ੇਸ਼ ਕਰਕੇ ਕਣਕ ਅਤੇ ਧਾਨ ਦੇ ਉਤਪਾਦਨ ਵਿੱਚ ਅਸਧਾਰਨ
ਵਾਧੇ ਨੂੰ ਡੈਸ਼ ਕਹਿੰਦੇ ਹਨ, ਹਰੀ ਕ੍ਰਾਂਤੀ, ਕਣਕ ਕ੍ਰਾਂਤੀ, ਧਾਨ ਕ੍ਰਾਂਤੀ ਜਾਂ ਚਿੱਟੀ ਕ੍ਰਾਂਤੀ। तो इसका राइट आंसर है जी हरित क्रांति। नैक्सट क्वेश्चन है इंग्लैंड की मुद्रा किहड़ी है? रुपये, डॉलर, यान या पौंड। तो इसका राइट आंसर है जी पौंड, इंग्लैंड की जिहड़ी मुद्रा। थर्ड क्वेश्चन है साडे कोल जी सही या गलत। तो पहला पार्ट है भूमि की पूर्ति सीमित है, बिल्कुल ठीक आंसर है जी, सही है, भूमि की पूर्ति बिल्कुल सीमित है। सैकेंड पॉइंट है मनुख दियाँ सीमित लोड़ां हन, असीमित साधनां नाल पूर्ति की जा सकती है। तो ये क्वेश्चन गलत है जी, ये मनुख दियाँ लोड़ां असीमित हैं, क्योंकि मनुख दियाँ बहुत लोड़ां हैं पर साधन जिहड़े आ वो सीमित है। इस कारण सैकेंड क्वेश्चन जिहड़ा गलत है। तीसरा किरत की पूर्ति नूं वधाया ते घटाया नहीं जा सकता, ये भी गलत है जी। किरत की पूर्ति नूं वधाया ते घटाया जा सकता है, इत्थे लिखिਆ नहीं घटाया वधाया जा सकता। चौथा पॉइंट है उद्यमी जोखिम उठाता है, बिल्कुल सही आंसर है जी, जिहड़ा उद्यमी है वो जोखिम रिस्क लैंदा है, जोखिम उठाता है। फिफ्थ पार्ट है मशीन अते जानवरां द्वारा करवाया गया काम किरत है, बिल्कुल ठीक है जी, इनू भी किरत किया जाता है। उस तो बाद है लास्ट पॉइंट है बाजार विच वस्तुओं की कीमत वधन ते उन्हां दी मंग वध जाती है। तो ये गलत है जी, कीमत वधन दे नाल मंग घट जाती है ते कीमत घटन दे नाल मंग वध जाती है, याद रखना। तो इस कारण ये कह रहा है कि वस्तुओं की कीमत वधन दे नाल मंग भी वध जाती है, ये नहीं है, इसका आंसर है गलत। तो फ्रेंड्स अगर तुहानूं वीडियो चंगी लगती है तो वीडियो को लाइक करो, शेयर करो तो चैनल को सबसक्राइब करो। धन्यवाद, जय हिंद।